हाँ जी, सत श्री अकाल जी सारिਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों, अज असी क्लास 9वीं का 8वां अध्याय त्रिभुजां वाला जिहड़ा चैप्टर है अध्याय कर रहे हैं, इसनूं अगे लेके चलांगे। इस तो पिछले लैक्चर दे विच जो असी कीता सी उसनूं 1 मिनट लगा के थोड़ा समअप कर लईए, रिवाइज कर लईए, ਤਾਂ ਜੋ ਅਸੀਂ ਅੱਜ ਵਾਲੇ ਚੈਪਟਰ ਨੂੰ ਜਿਹੜਾ ਹੈਗਾ ਉਹ ਚੰਗੀ ਤਰੀਕੇ ਨਾਲ ਸਮਝ ਸਕੀਏ। ਵਿਦਿਆਰਥੀਓ, ਇਸ ਤੋਂ ਪਹਿਲੇ ਵਾਲੇ ਲੈਕਚਰ ਦੇ ਵਿੱਚ ਅਸੀਂ ਚਤੁਰਭੁਜਾਂ ਦਾ ਜ਼ਿਕਰ ਕੀਤਾ ਸੀਗਾ ਤੇ ਚਤੁਰਭੁਜਾਂ ਕੀ ਹੁੰਦੀਆਂ ਹਨ, ਠੀਕ ਹੈ ਜੀ। ਉਹਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਚਤੁਰਭੁਜਾਂ ਕੀ ਹਨ। ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ, ਮਸਲਨ ਆ ਇੱਕ ਚਤੁਰਭੁਜ ਹੈ, ਠੀਕ ਹੈ ਜੀ। ਮੰਨ ਲਓ ਆ ਇੱਕ ਚਤੁਰਭੁਜ ਹੈ A B C ਤੇ D, ਤੇ ਇਹਦੇ ਵਿੱਚ ਆਪਾਂ ਕੀਤਾ ਸੀਗਾ ਕਿ ਕੋਣ A ਜਮਾ ਕੋਣ B ਜਮਾ ਕੋਣ C ਜਮਾ ਕੋਣ D ਬਰਾਬਰ 360 ਡਿਗਰੀ। ਇਹ ਅਸੀਂ ਚਤੁਰਭੁਜ ਦਾ ਪਹਿਲਾ ਗੁਣ ਕੀਤਾ ਸੀਗਾ ਕਿ ਚਤੁਰਭੁਜ ਦੇ ਅੰਦਰੂਨੀ ਚਾਰੇ ਅੰਦਰੂਨੀ ਕੋਣਾਂ ਦਾ ਜੋੜ ਜਿਹੜਾ ਹੈਗਾ ਉਹ 360 ਡਿਗਰੀ ਹੁੰਦਾ ਹੈ। ਫਿਰ ਅਸੀਂ ਚਤੁਰਭੁਜ ਦੀਆਂ ਕਿਸਮਾਂ ਕੀਤੀਆਂ ਸੀਗੀਆਂ ਤੇ ਪਹਿਲੇ ਨੰਬਰ ਦੇ ਵਿੱਚ ਅਸੀਂ ਕੀਤਾ ਸੀਗਾ ਜੀ ਸਮਲੰਬ ਚਤੁਰਭੁਜ। ਸਮਲੰਬ ਚਤੁਰਭੁਜ, ਸਮਲੰਬ ਚਤੁਰਭੁਜ ਕੀ ਹੈ? ਸਮਲੰਬ ਚਤੁਰਭੁਜ ਦੇ ਵਿੱਚ ਜੇਕਰ ਕੋਈ ਇੱਕ ਅਜਿਹਾ ਚਤੁਰਭੁਜ ਤੁਹਾਡੇ ਕੋਲ ਹੈ ਜਿਸ ਦੇ ਵਿੱਚ ਇੱਕ ਸਨਮੁਖ ਭੁਜਾਵਾਂ ਦਾ ਜੋੜਾ, ਇੱਕ ਜੋੜਾ ਆਪਸ ਦੇ ਵਿੱਚ ਸਮਾਨਾਂਤਰ ਹੋਵੇ, ਸਨਮੁਖ ਭੁਜਾਵਾਂ ਦਾ ਇੱਕ ਜੋੜਾ ਆਪਸ ਵਿੱਚ ਸਮਾਨਾਂਤਰ ਹੋਵੇ, ਦੂਸਰੇ ਦੇ ਬਾਰੇ ਦਾ ਜ਼ਿਕਰ ਨਹੀਂ ਕੀਤਾ ਗਿਆ ਸੀਗਾ, ਇੱਕ ਜੋੜਾ ਸਮਾਨਾਂਤਰ ਹੋਵੇ, ਉਸ ਨੂੰ ਆਪਾਂ ਕੀ ਕਹਿੰਦੇ ਸੀ? ਸਮਲੰਬ ਚਤੁਰਭੁਜ ਕਹਿੰਦੇ ਸੀਗੇ। ਸਮਲੰਬ ਚਤੁਰਭੁਜ ਤੋਂ ਬਾਅਦ ਅਸੀਂ ਦੂਸਰੇ ਨੰਬਰ ਤੇ ਜ਼ਿਕਰ ਕੀਤਾ ਸੀਗਾ ਕਿ ਜੇਕਰ ਦੋਵੇਂ ਜੋੜੇ ਸਮਾਨਾਂਤਰ ਹੋ ਜਾਣ, ਫਿਰ ਇਹ ਤਾਂ ਇੱਕ ਜੋੜਾ ਹੈ ਸੀ ਨਾ, ਜੇਕਰ ਦੋਵੇਂ ਜੋੜੇ ਸਮਾਨਾਂਤਰ ਹੋ ਜਾਣ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਸੀ? ਸਮਾਨਾਂਤਰ ਚਤੁਰਭੁਜ, ਠੀਕ ਹੈ ਜੀ। ਸਮਾਨਾਂਤਰ ਚਤੁਰਭੁਜ ਕਿਹਾ ਗਿਆ ਤੇ ਸਮਾਨਾਂਤਰ ਚਤੁਰਭੁਜ ਦੇ ਵਿੱਚ ਇਹ ਕਲੀਅਰ ਸੀ ਕਿ ਵੀ ਉਸ ਦੇ ਸਨਮੁਖ ਭੁਜਾਵਾਂ A B C D, ਜਿਹੜੀ AB ਹੈ ਉਹ DC ਦੇ ਸਮਾਨਾਂਤਰ ਹੈ ਤੇ AD ਜਿਹੜੀ ਹੈਗੀ ਉਹ BC ਦੇ ਸਮਾਨਾਂਤਰ ਹੈ। ਇਸ ਤੋਂ ਬਾਅਦ ਅਸੀਂ ਵਿਦਿਆਰਥੀਓ ਗੱਲ ਕੀਤੀ ਸੀਗੀ ਇਹਨਾਂ ਦੀਆਂ ਸਬ ਕਿਸਮਾਂ ਦੀ। ਇਸ ਤੋਂ ਬਾਅਦ ਦੀਆਂ ਕਿਸਮਾਂ ਕਿਹੜੀਆਂ ਸੀ ਕਿ ਜੇਕਰ ਮੈਂ ਕਿਹਾ ਸੀਗਾ ਕਿ ਸਮਾਨਾਂਤਰ ਚਤੁਰਭੁਜ ਦੇ ਵਿੱਚ ਕੋਣ, ਇੱਕ ਕੋਣ ਜਿਹੜਾ ਹੈਗਾ ਉਹ 90 ਡਿਗਰੀ ਦਾ ਹੋ ਜਾਵੇ, ਠੀਕ ਹੈ ਜੀ। ਆ A ਆ B ਆ C ਆ D, ਇੱਕ ਕੋਣ 90 ਡਿਗਰੀ ਦਾ ਹੈ ਤੇ ਜਿਹੜੀਆਂ ਸਨਮੁਖ ਭੁਜਾਵਾਂ ਹਨ ਉਹ ਸਮਾਨਾਂਤਰ ਹਨ, ਠੀਕ ਹੈ। ਇੱਕ ਕੋਣ 90 ਡਿਗਰੀ ਦਾ, ਸਨਮੁਖ ਭੁਜਾਵਾਂ ਸਮਾਨਾਂਤਰ ਹਨ ਤੇ ਉਸ ਨੂੰ ਅਸੀਂ ਨਾਮ ਦਿੱਤਾ ਸੀਗਾ ਆਇਤ ਦਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਇੱਕ ਚੌਥੀ ਜਿਹੜੀ ਕੀਤੀ ਸੀ, ਸਮਾਨਾਂਤਰ ਚਤੁਰਭੁਜ ਦੇ ਵਿੱਚ ਜੇਕਰ ਚਾਰੋਂ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੋ ਜਾਣ, ਠੀਕ ਹੈ ਜੀ। ਅਮੂਮਨ ਇਹਨੂੰ ਆਪਾਂ ਬਰਫੀ ਦੀ ਸ਼ੇਪ ਦੇ ਵਿੱਚ ਬਣਾਉਂਦੇ ਆ ਇਸ ਢੰਗ ਦੇ ਨਾਲ, ਠੀਕ ਹੈ ਜੀ। A B C ਤੇ D, ਠੀਕ ਹੈ ਜੀ। ਆਹ ਭੁਜਾ ਇਹਦੇ ਸਮਾਨਾਂਤਰ ਹੈ ਤੇ ਆਹ ਭੁਜਾਵਾਂ ਇਹਦੇ, ਇਹ ਦੋ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਹੋਰ ਕਹੀ ਗਈ ਹੈ ਕਿ AB ਬਰਾਬਰ BC ਬਰਾਬਰ CD ਬਰਾਬਰ DA, ਚਾਰੋਂ ਭੁਜਾਵਾਂ ਜਿਹੜੀਆਂ ਹੈਗੀਆਂ ਉਹ ਆਪਸ ਦੇ ਵਿੱਚ ਬਰਾਬਰ ਹਨ, ਤਾਂ ਇਸ ਨੂੰ ਅਸੀਂ ਨਾਮ ਦਿੱਤਾ ਸੀਗਾ ਸਮ ਚਤੁਰਭੁਜ, ਠੀਕ ਹੈ ਜੀ। ਇਹ ਚੌਥੀ ਜਿਹੜੀ ਟਾਈਪ ਸੀ ਅਸੀਂ ਕੀਤੀ ਸੀ। ਉਸ ਤੋਂ ਬਾਅਦ ਅਸੀਂ ਇੱਕ ਪੰਜਵੀਂ ਟਾਈਪ ਕੀਤੀ ਸੀਗੀ ਜਿਹੜੀ ਕਿ ਸਮ ਚਤੁਰਭੁਜ ਦੇ ਨਾਲ ਹੀ ਜੁੜੀ ਹੋਈ ਸੀ। ਜੇਕਰ ਸਮ ਚਤੁਰਭੁਜ ਦੇ ਵਿੱਚ ਇੱਕ ਕੋਣ ਜਿਹੜਾ ਹੈਗਾ ਉਹ 90 ਡਿਗਰੀ ਦਾ ਹੋ ਜਾਵੇ, ਠੀਕ ਹੈ ਜੀ। A B C D ਸਨਮੁਖ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ, ਦੇਖੋ ਸਨਮੁਖ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ ਤੇ ਇੱਕ ਕੋਣ 90 ਡਿਗਰੀ ਦਾ। ਭਾਵ ਇਸ ਪੰਜਵੀਂ ਟਾਈਪ ਦੇ ਵਿੱਚ ਉਹਨੇ ਇਹ ਕਿਹਾ ਕਿ AB ਬਰਾਬਰ BC ਬਰਾਬਰ CD ਬਰਾਬਰ DA, ਆਹ ਚੀਜ਼ ਤਾਂ ਹੈ ਹੀ ਹੈ। ਉਸ ਤੋਂ ਇਲਾਵਾ ਸਮਾਨਾਂਤਰਤਾ ਅਸੀਂ ਇੱਥੇ ਨਿਸ਼ਾਨ ਲਗਾਤਾ ਤੇ ਕੋਣ A ਬਰਾਬਰ ਜਿਹੜਾ ਹੈ 90 ਡਿਗਰੀ ਹੋ ਜਾਵੇ ਤਾਂ ਇਹਨੂੰ ਆਪਾਂ ਕੀ ਨਾਮ ਦਿੱਤਾ ਸੀ? ਵਰਗ, ਠੀਕ ਹੈ ਜੀ। ਆਇਤ ਤੇ ਵਰਗ ਇਹ ਦੋ ਇਹੋ ਜਿਹੀਆਂ ਆਕ੍ਰਿਤੀਆਂ ਹਨ ਜਿਨ੍ਹਾਂ ਦੇ ਬਾਰੇ ਆਪਾਂ ਛੋਟੀਆਂ ਕਲਾਸਾਂ ਤੋਂ ਹੀ, ਈਵਨ ਮੈਂ ਤਾਂ ਕਹਿੰਦਾ ਜਿਹੜਾ ਪ੍ਰਾਇਮਰੀ ਵਿੰਗ ਹੈ ਉਹਦੇ ਵਿੱਚ ਵੀ ਅਸੀਂ ਆਇਤ ਤੇ ਵਰਗ ਦਾ ਜ਼ਿਕਰ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਬੜੇ ਆਰਾਮ ਨਾਲ ਇਹਨੂੰ ਸਮਝਦੇ ਵੀ ਹਾਂ, ਠੀਕ ਹੈ ਜੀ। ਲੇਕਿਨ ਹੁਣ ਅਸੀਂ ਇਹ ਚੀਜ਼ ਜਾਣ ਗਏ ਹਾਂ ਕਿ ਆਇਤ ਤੇ ਵਰਗ ਜਿਹੜੇ ਹਨ ਉਹ ਸਮਾਨਾਂਤਰ ਚਤੁਰਭੁਜ ਦੀਆਂ ਹੀ ਕਿਸਮਾਂ ਹਨ, ਠੀਕ ਹੈ ਜੀ। ਤੇ ਜੇਕਰ ਆਪਾਂ ਵਰਗ ਦੀ ਗੱਲ ਕਰੀਏ ਤਾਂ ਵਰਗ ਤਾਂ ਬੜੀ ਸਪੈਸ਼ਲ ਚੀਜ਼ ਹੈ। ਕਿਉਂ? ਕਿਉਂਕਿ ਵਰਗ ਨੂੰ ਅਸੀਂ ਸਮਚਤੁਰਭੁਜ ਵੀ ਕਹਿ ਸਕਦੇ ਹਾਂ, ਵਰਗ ਨੂੰ ਅਸੀਂ ਇੱਕ ਆਇਤ ਵੀ ਕਹਿ ਸਕਦੇ ਹਾਂ, ਵਰਗ ਨੂੰ ਅਸੀਂ ਸਮਾਨਾਂਤਰ ਚਤੁਰਭੁਜ ਵੀ ਕਹਿ ਸਕਦੇ ਹਾਂ, ਠੀਕ ਹੈ ਵਿਦਿਆਰਥੀਓ। ਤੇ ਇੱਕ ਅਸੀਂ ਲਾਸਟ ਜਿਹੜੀ ਟਾਈਪ ਅਸੀਂ ਕੀਤੀ ਸੀ ਉਹ ਸੀਗੀ ਪਤੰਗ ਦੀ, ਠੀਕ ਹੈ ਜੀ। ਪਤੰਗ ਦੇ ਬਾਰੇ ਆਪਾਂ ਕੀ ਗੱਲ ਕੀਤੀ ਸੀ? 6ਵੀਂ ਟਾਈਪ ਹੈ ਜੀ ਪਤੰਗ। ਪਤੰਗ ਦੇ ਬਾਰੇ ਅਸੀਂ ਕੀ ਗੱਲ ਕੀਤੀ ਸੀ? ਸ਼ੇਪ ਆਪਾਂ ਸਾਰਿਆਂ ਨੂੰ ਬੜੀ ਚੰਗੀ ਤਰੀਕੇ ਨਾਲ ਪਤਾ ਹੈ ਕਿ ਪਤੰਗ ਕਿਹੋ ਜਿਹੀ ਹੁੰਦੀ ਹੈ, ਠੀਕ ਹੈ ਜੀ। A B C D, ਇਹਦੇ ਵਿੱਚ ਲਾਗਮੀਆਂ ਭੁਜਾਵਾਂ ਜਿਹੜੀਆਂ ਹਨ ਉਹ ਆਪਸ ਦੇ ਵਿੱਚ ਬਰਾਬਰ ਹਨ,
ਠੀਕ ਹੈ ਜੀ। ਆ ਦੋ ਲਾਗਮੀਆਂ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹਨ, ਆ ਦੋ ਅਲੱਗ ਬਰਾਬਰ ਹਨ, ਠੀਕ ਹੈ ਜੀ। ਤੇ ਜੇ ਇਹੋ ਜੀ ਕੰਡੀਸ਼ਨ ਆ ਜਾਵੇ ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ, ਪਤੰਗ ਜਿਹੜਾ ਹੈ ਉਹ ਕਹਿੰਦੇ ਹਾਂ। ਤੇ ਚਤੁਰਭੁਜਾਂ ਵਾਲੇ ਪਹਿਲੇ ਲੈਕਚਰ ਦੇ ਵਿੱਚ ਅਸੀਂ ਆ ਚੀਜ਼ਾਂ ਜਿਹੜੀਆਂ ਸਨ ਉਹ ਪੜ੍ਹੀਆਂ ਸਨ, ਤੇ ਹੁਣ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਸਮਾਨੰਤਰ ਚਤੁਰਭੁਜ ਜਿਹੜਾ ਹੈ ਉਹਦੇ ਗੁਣਾਂ ਦੇ ਬਾਰੇ ਚਰਚਾ ਕਰਾਂਗੇ। ਤੇ ਇੱਕ ਚੀਜ਼ ਦਾ ਧਿਆਨ ਰੱਖਣਾ, ਜੇਕਰ ਮੈਂ ਸਮਾਨੰਤਰ ਚਤੁਰਭੁਜ ਦੇ ਗੁਣਾਂ ਦੀ ਗੱਲ ਕਰ ਰਿਹਾ, ਇਸ ਤੋਂ ਭਾਵ ਇਹ ਹੋਇਆ ਕਿ ਸਮ ਚਤੁਰਭੁਜ ਦੇ ਗੁਣ ਵੀ ਉਹਦੇ ਵਿੱਚ ਆ ਜਾਣਗੇ ਥੋੜੇ ਬਹੁਤ, ਠੀਕ ਹੈ ਜੀ। ਜਿੰਨੇ ਵੀ ਆਪਾਂ ਉਹਦੇ ਜਿਹੜੀਆਂ ਪ੍ਰਾਪਰਟੀਆਂ ਨੂੰ ਫੋਲੋ ਕਰੇਗਾ ਸਮਾਨੰਤਰ ਚਤੁਰਭੁਜ ਹੈ, ਉਹ ਸਮਾਨੰਤਰ ਚਤੁਰਭੁਜ ਦੀਆਂ ਪ੍ਰਾਪਰਟੀਆਂ ਨੂੰ ਸਮ ਚਤੁਰਭੁਜ ਵੀ ਫੋਲੋ ਕਰੇਗਾ, ਸਮਾਨੰਤਰ ਚਤੁਰਭੁਜ ਦੀ ਪ੍ਰਾਪਰਟੀਆਂ ਨੂੰ ਉਹਦੇ ਗੁਣਾਂ ਨੂੰ ਆਇਤ ਵੀ ਫੋਲੋ ਕਰੇਗੀ, ਤੇ ਸਮਾਨੰਤਰ ਚਤੁਰਭੁਜ ਦੇ ਗੁਣਾਂ ਨੂੰ ਇੱਕ ਵਰਗ ਯਾਨੀ ਕਿ ਸਕੁਅਰ ਵੀ ਫੋਲੋ ਕਰੇਗਾ, ਠੀਕ ਹੈ ਜੀ। ਚਲੋ ਵਿਦਿਆਰਥੀ ਅਸੀਂ ਦੇਖਦੇ ਹਾਂ ਕਿ ਕਿਹੜੇ ਗੁਣ ਜਿਹੜੇ ਹਨ ਉਹ ਸਮਾਨੰਤਰ ਚਤੁਰਭੁਜ ਦੇ ਹਨ, ਜਿਹੜੇ ਕਿ ਅਸੀਂ ਇੱਥੇ ਫੋਲੋ ਕਰ ਸਕਦੇ ਹਾਂ ਜਾਂ ਅਸੀਂ ਕਰਵਾ ਸਕਦੇ ਹਾਂ। ਸਭ ਤੋਂ ਪਹਿਲਾ ਗੁਣ ਵਿਦਿਆਰਥੀਓ ਜਿਹੜਾ ਸਾਡੇ ਕੋਲ ਦਿੱਤਾ ਹੋਇਆ ਹੈ ਉਹ ਹੈ ਕਿ ਜਿਹੜਾ ਇੱਕ ਸਮਾਨੰਤਰ ਚਤੁਰਭੁਜ ਹੈ, ਇੱਕ ਸਮਾਨੰਤਰ ਚਤੁਰਭੁਜ ਹੈ ਸਾਡੇ ਕੋਲ, ਠੀਕ ਹੈ ਜੀ। ਆ ਇੱਕ ਥੋੜਾ ਵੱਡਾ ਬਣਾ ਲੈਂਦੇ ਆ, ਆ ਇੱਕ ਸਮਾਨੰਤਰ ਚਤੁਰਭੁਜ ਹੈ ਮੇਰੇ ਕੋਲ, ਠੀਕ ਹੈ ਜੀ। ਇਹਦੇ ਵਿੱਚ ਮੈਂ A B C ਤੇ D ਆ ਇੱਕ ਸਮਾਨੰਤਰ ਚਤੁਰਭੁਜ ਹੈ। ਜੇਕਰ ਇਸ ਦਾ ਇੱਕ ਵਿਕਰਨ ਮੈਂ ਲੈ ਲਵਾਂ, ਠੀਕ ਹੈ AC, ਠੀਕ ਹੈ ਜੀ, ਇਹਦਾ ਹੀ ਪੁਆਇੰਟ AC ਹੈ, ਤਾਂ ਇਸ ਦਾ ਵਿਕਰਨ ਇਸ ਨੂੰ ਦੋ ਸਰਬੰਗ ਸਮ ਤ੍ਰਿਭੁਜਾਂ ਦੇ ਵਿੱਚ ਜਿਹੜਾ ਹੈ ਉਹ ਵੰਡਦਾ ਹੈ। ਇਸ ਦਾ ਪਹਿਲਾ ਗੁਣ ਹੈ, ਠੀਕ ਹੈ ਜੀ। ਸੋ ਇਸ ਦੇ ਪਹਿਲੇ ਗੁਣ ਦੇ ਬਾਰੇ ਆਪਾਂ ਚਰਚਾ ਕਰਨ ਵਾਲੇ ਲਿਖੀਏ, ਕਿਸੇ ਸਮਾਨੰਤਰ ਚਤੁਰਭੁਜ ਦੇਖੋ ਕਿਸੇ ਵੀ ਸਮਾਨੰਤਰ ਚਤੁਰਭੁਜ ਦਾ ਇੱਕ ਵਿਕਰਨ ਉਸ ਨੂੰ ਦੋ ਸਰਬੰਗ ਸਮ ਤ੍ਰਿਭੁਜਾਂ ਵਿੱਚ ਵੰਡਦਾ ਹੈ, ਠੀਕ ਹੈ ਜੀ। ਉਸ ਦਾ ਭਾਵ ਇਹ ਹੈ ਕਿ ਉਹ ਇਹ ਕਹਿ ਰਿਹਾ ਕਿ ਇੱਕ ਵਿਕਰਨ ਜਿਹੜਾ ਹੈ, ਜੇਕਰ ਉਹ ਇਸ ਦੇ ਵਿੱਚ ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ CDA ਦੇ, ਠੀਕ ਹੈ ਜੀ। ਆਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹਨ, ਸਰਬੰਗਸਮ ਹਨ। ਜੇਕਰ ਇਹ ਦੋ ਤ੍ਰਿਭੁਜਾਂ ਆਪਸ ਵਿੱਚ ਸਰਬੰਗਸਮ ਹਨ, ਇਸ ਦਾ ਪਹਿਲਾ ਗੁਣ ਹੈ, ਇਸ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਖਦੇ ਹਾਂ ਕਿ ਵਾਕਈ ਇਹ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਦੇਖੋ ਆਹ ਦੋ, ਇਹ ਤਾਂ ਸਮਾਨੰਤਰ ਚਤੁਰਭੁਜ ਦਾ ਵਿਦਿਆਰਥੀਓ ਨੇ ਦਿੱਤੇ ਹੀ ਹੋਇਆ ਹੈ। ਜੇਕਰ ਇਹ ਇੱਕ ਸਮਾਨੰਤਰ ਚਤੁਰਭੁਜ ਹੈ ਤਾਂ ਇਸ ਦਾ ਭਾਵ ਹੋਇਆ ਕਿ ਇਹ ਵਾਲੇ ਕੋਣ ਜਿਹੜਾ ਇਹ ਕੋਣ 1, ਇਹਨੂੰ ਕੋਣ 2 ਲੈ ਲਵਾਂ, ਇਹ ਇਕਾਂਤਰ ਕੋਣ ਹੋ ਗਏ, ਕੋਣ 3 ਤੇ ਕੋਣ 4, ਇਹਨਾਂ ਦੇ ਨਾਮ ਮੈਂ ਇੱਥੇ ਲਿਖ ਦਿੰਦਾ ਹਾਂ, ਠੀਕ ਹੈ ਜੀ। ਹੁਣ ਅਸੀਂ ਕੀ ਕਰਦੇ ਹਾਂ, ਮੈਂ ਇਹਨਾਂ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਇੱਥੇ, ਠੀਕ ਹੈ ਜੀ। ਦੁਬਾਰਾ ਇੱਥੇ ਲਿਖਦੇ ਹਾਂ ਇਹਨੂੰ ਸਿੱਧ, ਜੋ ਮੈਂ ਇਹ ਚੀਜ਼ ਬੋਲੀ ਹੈ, ਕਿਸੇ ਸਮਾਨੰਤਰ ਚਤੁਰਭੁਜ ਦਾ ਇੱਕ ਵਿਕਰਨ ਉਸ ਨੂੰ ਦੋ ਸਰਬੰਗਸਮ ਤ੍ਰਿਭੁਜਾਂ ਵਿੱਚ ਵੰਡਦਾ ਹੈ, ਇਸ ਚੀਜ਼ ਨੂੰ ਮੈਂ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇੱਥੇ ਲਿਖਦਾ ਹਾਂ ਤ੍ਰਿਭੁਜ ABC, ਦੇਖੋ ਇਹਦੇ ਵਿੱਚ ਆਪਣੇ ਕੋਲ ਆ ਗਿਆ ਤ੍ਰਿਭੁਜ ABC ਅਤੇ ਤ੍ਰਿਭੁਜ CDA, ਠੀਕ ਹੈ ਜੀ। ਆਹ ਦੋ ਤ੍ਰਿਭੁਜਾਂ ਚੱਕ ਲਈਆਂ ਮੈਂ, ਤ੍ਰਿਭੁਜ ABC ਤੇ ਤ੍ਰਿਭੁਜ CDA। ਇਹ ਦੋ ਤ੍ਰਿਭੁਜਾਂ ਦੇ ਵਿੱਚ ਕਿਉਂਕਿ AB ਸਮਾਨੰਤਰ ਹੈ DC, ਆ ਦੇਖੋ AB ਸਮਾਨੰਤਰ ਹੈ DC ਅਤੇ AC ਇਸ ਦੀ ਕਾਟਵੀਂ ਰੇਖਾ ਹੈ, ਠੀਕ ਹੈ ਜੀ। ਇਸ ਦਾ ਅਰਥ ਇਹ ਹੋਇਆ ਕੋਣ 1 ਬਰਾਬਰ ਕੋਣ 2, ਇਹ ਕਿਉਂ ਨੇ ਜੀ, ਇਹ ਨੇ ਇਕਾਂਤਰ ਕੋਣ। ਦੇਖੋ ਅਸੀਂ ਜਾਣਦੇ ਹਾਂ ਜੇਕਰ ਆਹ ਦੋ ਰੇਖਾਵਾਂ ਸਮਾਂਤਰ ਹੋਣਗੀਆਂ ਤੇ ਆਹ ਦੀ ਕਾਟਵੀਂ ਰੇਖਾ ਹੋਏਗੀ ਤਾਂ ਇਸ ਦਾ ਭਾਵ ਹੋਇਆ ਕਿ ਕੋਣ 1 ਬਰਾਬਰ ਕੋਣ 2 ਦੇ ਹੋ ਜਾਏਗਾ, ਕਿਉਂਕਿ ਇਹ ਇਕਾਂਤਰ ਕੋਣ ਹਨ। ਇਸੇ ਤਰੀਕੇ ਦੇ ਨਾਲ ਇਸੇ ਤਰ੍ਹਾਂ, ਠੀਕ ਹੈ ਜੀ, ਇਸੇ ਤਰ੍ਹਾਂ ਹੋਰ ਕੀ ਹੋ ਜਾਏਗਾ ਜੀ, ਇਸੇ ਤਰ੍ਹਾਂ ਕੋਣ 3 ਬਰਾਬਰ ਕੋਣ 4 ਹੋ ਜਾਣਗੇ, ਕੋਣ 3 ਬਰਾਬਰ ਕੋਣ 4 ਹੋ ਜਾਣਗੇ। ਤੇ ਇਹਦਾ ਕਾਰਨ ਕੀ ਲਿਖਣਾ ਹੈ, ਕਿਉਂਕਿ BC ਜਿਹੜਾ ਹੈ ਉਹ ਸਮਾਨੰਤਰ ਹੈ AD ਦੇ, BC AD ਦੇ ਸਮਾਨੰਤਰ ਹੈ, ਇਸ ਕਰਕੇ ਜਿਹੜਾ ਹੈ ਇਹ ਵੀ ਚੀਜ਼ ਹੋ ਗਈ, ਠੀਕ ਹੈ। ਹੋਰ ਸਾਡੇ ਕੋਲ ਕੀ ਚੀਜ਼ ਹੁੰਦੀ ਹੈ, ਤੇ AC ਬਰਾਬਰ AC ਸਾਂਝੀ ਭੁਜਾ, ਦੇਖੋ ਇਹਦਾ ਸਾਂਝੀ ਭੁਜਾ ਹੈ ਜੀ, ਠੀਕ ਹੈ ਜੀ। AC ਬਰਾਬਰ, ਹੁਣ ਇੱਕ ਤ੍ਰਿਭੁਜ ਦੇ ਵਿੱਚ ਦੋ ਕੋਣ ਤੇ ਉਹਨਾਂ ਕੋਣਾਂ ਦੇ ਜਿਸ ਤੇ ਕੋਣ ਬਣੇ ਨੇ ਉਹ ਭੁਜਾ ਬਰਾਬਰ ਹੈ, ਤਾਂ ਇਸ ਤੋਂ ਭਾਵ ਇਹ ਹੋ ਗਿਆ ਕਿ ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ CDA ਦੇ। ਆਹ ਦੋ ਤ੍ਰਿਭੁਜਾਂ ਆਪਸ ਵਿੱਚ ਸਰਬੰਗਸਮ ਹੋ ਗਈਆਂ, ਜਿਹੜੀ ਕਿ ਉਸਨੇ ਪਹਿਲੇ ਗੁਣ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਕਿਸੇ ਸਮਾਨੰਤਰ ਚਤੁਰਭੁਜ ਦਾ ਇੱਕ ਵਿਕਰਨ ਉਸ ਨੂੰ ਦੋ ਸਰਬੰਗਸਮ ਤ੍ਰਿਭੁਜਾਂ ਦੇ ਵਿੱਚ ਵੰਡਦਾ ਹੈ, ਇੱਕ ਵਿਕਰਨ ਨੇ ਦੋ ਸਰਬੰਗਸਮ ਤ੍ਰਿਭੁਜਾਂ ਦੇ ਵਿੱਚ ਵੰਡ ਦਿੱਤਾ, ਠੀਕ ਹੈ ਜੀ। ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਸਮਝੇ ਹੋਵੋਗੇ।
ਵਿਦਿਆਰਥੀਓ ਇਹ ਚੀਜ਼ ਪ੍ਰੂਫ ਜਿਹੜੇ ਛੋਟੇ ਛੋਟੇ ਪ੍ਰੂਫ ਹੈ ਸਾਡੇ ਵਾਸਤੇ ਕਿਉਂ ਜ਼ਰੂਰੀ ਹਨ? ਪਹਿਲੀ ਗੱਲ, ਜਿਹੜੇ 8.1 ਦੀ ਐਕਸਰਸਾਈਜ਼ ਤੇ ਉਦਾਹਰਨਾਂ ਜਦੋਂ ਅਸੀਂ ਕਰਨੀਆਂ ਹਨ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਮੋਸਟਲੀ ਚੀਜ਼ਾਂ ਜਿਹੜੀਆਂ ਹਨ ਉਹ ਇਹਨਾਂ ਵਰਗੀਆਂ ਹੀ ਹਨ। ਠੀਕ ਹੈ ਜੀ, ਇਹਨਾਂ ਚੀਜ਼ਾਂ ਨੂੰ ਤੇ ਇਸੇ ਤਰੀਕੇ ਦੇ ਨਾਲ ਇਹਨਾਂ ਗੁਣਾਂ ਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਨੂੰ ਆਪਾਂ ਹੱਲ ਕਰਨਾ ਹੈ। ਇਸ ਕਰਕੇ ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਹੱਲ ਕਰਕੇ ਦਿਖਾਇਆ ਕਿ ਬਈ ਇਹ ਦੋ ਸਰਬੰਸਨ ਤ੍ਰਿਭੁਜਾਂ ਆਪਸ ਦੇ ਵਿੱਚ ਕਿਵੇਂ ਬਣੀਆਂ ਹਨ। ਠੀਕ ਹੈ, ਆਓ ਵਿਦਿਆਰਥੀਓ ਚਲਿਏ ਅਸੀਂ ਆਪਣੇ ਅਗਲੇ ਗੁਣ ਦੇ ਵੱਲ। ਠੀਕ ਹੈ ਜੀ, ਸਾਡਾ ਅਗਲਾ ਗੁਣ ਕੀ ਕਹਿੰਦਾ ਹੈ? ਸਾਡੇ ਅਗਲੇ ਗੁਣ ਦੇ ਵਿੱਚ ਹੈ ਵਿਦਿਆਰਥੀਓ ਸੇਮ ਇਦਾਂ ਹੀ ਚੀਜ਼ ਹੈ, ਇਹਦੇ ਵਿੱਚ ਹੈ ਸਮਾਨੰਤਰ ਚਤੁਰਭੁਜ। ਸਮਾਨੰਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦੇਖੋ, ਸਮਾਨੰਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਆਪਸ ਵਿੱਚ ਬਰਾਬਰ ਹੁੰਦੀਆਂ ਹਨ। ठीक है जी, आने चीज कह दी कि एक समानांतर चतुर्भुज है उस दियां सन्मुख भुजावां आपस दे विच बराबर हुंदियां हन। देखो समानांतर उन्हें दिता होया, ठीक है जी, इसका अर्थ यह होया कि जिहड़ा मैं पहला पार्ट कीता सीगा, पहले पार्ट दे विच मैं की कीता सी, मैं इहनूं मिटाया नहीं जानबूझ के। क्यों नहीं मिटाया? क्योंकि इहदी मैनूं इत्थे लोड़ है। पहले पार्ट दे विच मैं एक चीज कीती सी, ए मैं जिहड़ा ए सेकंड पेन पार्ट 1 दे विच मैनूं की मिलिया सी? मैनूं मिलिया सी त्रिभुज ABC ਸਰਬੰਸਮ ਹੈ त्रिभुज CDA ਦੀ। ਠੀਕ ਹੈ ਜੀ, ਇਸ ਤੋਂ ਭਾਵ ਕੀ ਹੋਇਆ ਵਿਦਿਆਰਥੀਓ? ਇਹ ਚੀਜ਼ ਦਾ ਸੇਮ ਸਮਾਨੰਤਰ ਚਤੁਰਭੁਜ ਨੂੰ ਮੈਂ ਹੱਲ ਕਰ ਚੁੱਕਾ ਹੋਇਆ। ਠੀਕ ਹੈ, ਇਹਦੇ ਵਿੱਚੋਂ ਮੈਨੂੰ ਇਹ ਪਤਾ ਲੱਗਾ ਕਿ AB ਬਰਾਬਰ CD, ਆ ਦੇਖੋ AB ਬਰਾਬਰ CD ਪਤਾ ਲੱਗਾ, ਅਤੇ ਹੋਰ ਮੈਨੂੰ ਕੀ ਪਤਾ ਲੱਗਾ ਕਿ BC ਬਰਾਬਰ DA। ਠੀਕ ਹੈ ਜੀ, ਆ ਦੋ ਚੀਜ਼ਾਂ ਮੈਨੂੰ ਪਤਾ ਲੱਗੀਆਂ। ਇਹਨਾਂ ਦਾ ਕਾਰਨ ਕੀ ਸੀ? CPCT ਦਾ ਭਾਵ ਕੀ ਹੁੰਦਾ ਹੈ? corresponding parts of congruent triangle। corresponding parts of congruent triangle ਤੋਂ ਭਾਵ ਹੈ ਵਿਦਿਆਰਥੀਓ, ਅਸੀਂ ਕਈ ਵਾਰੀ ਇਹ ਜ਼ਿਕਰ ਕੀਤਾ ਕਿ ਜਿਹੜੀਆਂ ਸਰਬੰਸਮ ਤ੍ਰਿਭੁਜਾਂ ਹੁੰਦੀਆਂ ਹਨ, ਸਰਬੰਸਮ ਤ੍ਰਿਭੁਜਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਜਾਂ ਸੰਗਤ ਕੋਣ ਜਿਹੜੇ ਹੈਗੇ ਉਹ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਠੀਕ ਹੈ ਜੀ, ਸੋ ਇਹ ਇਸ ਕਰਕੇ ਆਹ ਦੋ ਚੀਜ਼ਾਂ ਹੋ ਗਈਆਂ ਤੇ ਆਹ ਵਾਲੀ ਚੀਜ਼ ਜਿਹੜੀ ਸੀਗੀ ਮੈਨੂੰ ਸਿੱਧ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਇਸ ਨੂੰ ਮੈਂ ਆਲਰੇਡੀ ਸਿੱਧ ਕਰ ਚੁੱਕਾ ਹਾਂ। ਪਾਰਟ A ਦੇ ਵਿੱਚ ਜੋ ਮੈਂ ਦੋ ਤ੍ਰਿਭੁਜਾਂ ਨੂੰ ਆਪਸ ਵਿੱਚ ਸਰਬੰਸਮ ਕੀਤਾ ਸੀਗਾ, ਉਹਨਾਂ ਦੋ ਸਰਬੰਸਮ ਤ੍ਰਿਭੁਜਾਂ ਦੇ ਦੋ ਹਿੱਸੇ ਜਿਹੜੇ ਸੀਗੇ ਉਹ ਇਹ ਦੋ ਭੁਜਾਵਾਂ ਸੀਗੀਆਂ ਜਿਹੜੀਆਂ ਕਿ ਤ੍ਰਿਭੁਜ ਦੀਆਂ ਦੋ ਵੱਖਰੀਆਂ ਵੱਖਰੀਆਂ ਭੁਜਾਵਾਂ ਸੀ, ਜਿਨ੍ਹਾਂ ਨੂੰ ਆਪਾਂ ਜੋੜਿਆ ਤੇ ਪਤਾ ਲੱਗਾ ਕਿ ਉਹ ਸਨਮੁਖ ਚਤੁਰਭੁਜ ਦੀਆਂ ਸਮਾਨੰਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਹਨ। ਠੀਕ ਹੈ ਜੀ, ਸੋ ਸਮਾਨੰਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਇਹ ਵੀ ਚੀਜ਼ ਸਾਡੇ ਕੋਲ ਜਿਹੜੀ ਹੈਗੀ ਉਹ ਸਿੱਧ ਹੋ ਗਈ ਹੈ। ਸੋ ਵਿਦਿਆਰਥੀਓ ਅਸੀਂ ਚੱਲਦੇ ਹਾਂ ਜੀ ਅਸੀਂ ਆਪਣੇ ਤੀਸਰੇ ਪਾਰਟ ਵੱਲ। ਤੀਸਰਾ ਪਾਰਟ ਦੇਖਦੇ ਹਾਂ ਉਹਦਾ ਕੀ ਕਹਿੰਦਾ ਹੈ। ਤੀਸਰੇ ਪਾਰਟ ਦੇ ਵਿੱਚ ਵਿਦਿਆਰਥੀਓ ਹੈ ਸਾਡੇ ਕੋਲ, ਦੇਖੋ ਤੀਸਰਾ ਪਾਰਟ ਕਰਦੇ ਹਾਂ ਅਸੀਂ। ਤੀਸਰੇ ਪਾਰਟ ਦੇ ਵਿੱਚ ਜੇਕਰ ਇੱਕ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੋਣ ਤਾਂ ਇਹ ਇੱਕ ਸਮਾਨੰਤਰ ਚਤੁਰਭੁਜ ਹੋਵੇਗਾ। ਦੇਖੋ ਹੁਣ ਉਹਨੇ ਗੱਲ ਕਰ ਦਿੱਤੀ ਕੋਈ ਵੀ ਚਤੁਰਭੁਜ ਹੈ, ਕਹਿੰਦੇ ਜੇਕਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਆਪਸ ਵਿੱਚ ਬਰਾਬਰ ਹੋਣਗੀਆਂ ਤਾਂ ਇਹ ਇੱਕ ਸਮਾਨੰਤਰ ਚਤੁਰਭੁਜ ਹੋਵੇਗਾ। ਠੀਕ ਹੈ ਵਿਦਿਆਰਥੀਓ, ਚਲੋ ਅਸੀਂ ਕੀ ਕਰਦੇ ਹਾਂ, ਅਸੀਂ ਇਸ ਨੂੰ ਮਿਟਾਉਂਦੇ ਹਾਂ। ਇੱਥੇ ਦੁਬਾਰਾ ਬਣਾਉਣਾ ਤਾਂ ਚਲੋ ਆਪਾਂ, ਲੇਕਿਨ ਉਹਦੇ ਵਿੱਚ ਆਪਾਂ ਨਿਸ਼ਾਨ ਨਹੀਂ ਪਾਵਾਂਗੇ। ਆਪਾਂ ਇੱਕ ਚਤੁਰਭੁਜ ਬਣਾਤਾ ਜੀ। ਠੀਕ ਹੈ ਜੀ, ਇਸ ਚਤੁਰਭੁਜ ਦੇ ਵਿੱਚ ਆ A B C ਤੇ D ਇਹ ਵਿਕਰਨ ਮੈਂ ਕਰਦਾ। ਇਹ ਮੈਨੂੰ ਇਹ ਨਹੀਂ ਪਤਾ ਵਿਦਿਆਰਥੀਓ ਕਿ ਆਹ ਦੋ ਭੁਜਾਵਾਂ ਜਿਹੜੀਆਂ ਹੈਗੀਆਂ ਉਹ ਸਮਾਨੰਤਰ ਹਨ ਜਾਂ ਸਮਾਨੰਤਰ ਨਹੀਂ ਹਨ। ਠੀਕ ਹੈ ਜੀ, ਇਹਨੂੰ ਆਪਾਂ ਥੋੜਾ ਜਿਹਾ ਠੀਕ ਕਰ ਲਈਏ। ਇਹ ਸਮਾਨੰਤਰ ਹਨ ਕਿ ਸਮਾਨੰਤਰ ਨਹੀਂ ਹਨ, ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਸੈਟਿੰਗ ਥੋੜਾ ਜਿਹਾ ਠੀਕ ਕਰ ਲਈਏ। ਡਾਇਗਰਾਮ ਠੀਕ ਬਣੀ ਹੋਏਗੀ ਤਾਂ ਅਸੀਂ ਆਪਣੇ ਆਪ ਨੂੰ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਚਲੋ ABCD ਆ ਚੀਜ਼ ਹੋ ਗਈ। ਇਹਦੇ ਵਿੱਚ ਪਹਿਲੇ ਵਾਲੀ ਡਾਇਗਰਾਮ ਦੇ ਵਿੱਚ ਮੈਂ ਸਮਾਨੰਤਰ ਦੇ ਨਿਸ਼ਾਨ ਪਾਏ ਹੋਏ ਸੀ, ਸਮਾਨੰਤਰ ਦੇ ਨਿਸ਼ਾਨ ਮੈਂ ਨਹੀਂ ਪਾਏ। ਕਿਉਂ? ਕਿਉਂਕਿ ਮੈਨੂੰ ਨਹੀਂ ਪਤਾ ਕਿ ਇਹ ਸਮਾਨੰਤਰ ਹਨ ਜਾਂ ਸਮਾਨੰਤਰ ਨਹੀਂ ਹਨ, ਇਹ ਤਾਂ ਮੈਂ ਸਿੱਧ ਕਰਨਾ ਹੈ। ਠੀਕ ਹੈ ਜੀ, ਇੱਕ ਚਤੁਰਭੁਜ, ਇਹ ਚਤੁਰਭੁਜ ਹੈ, ਇਹਦੀਆਂ ਸਨਮੁਖ ਭੁਜਾਵਾਂ ਬਰਾਬਰ ਹਨ। ਆਹ ਭੁਜਾ ਇਹਦੇ ਬਰਾਬਰ ਹੈ ਤੇ ਆਹ ਭੁਜਾ ਇਹਦੇ ਬਰਾਬਰ ਹੈ, ਇਹ ਸਾਨੂੰ
ਦਿੱਤਾ ਹੋਇਆ ਹੈ ਤੇ ਮੈਂ ਇਹ ਸਿੱਧ ਕਰਨਾ ਚਾਹੁੰਦਾ ਕਿ ਇਹ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ, ਕਿਉਂਕਿ ਜੇ ਇਹ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਮੈਂ ਸਿੱਧ ਕਰ ਦਿੱਤੀਆਂ ਤਾਂ ABCD ਇੱਕ ਕੀ ਬਣ ਜਾਏਗਾ, ਇੱਕ ਸਮਾਨਾਂਤਰ ਚਤੁਰਭੁਜ ਬਣ ਜਾਵੇਗਾ। ਠੀਕ ਹੈ, ਚਲੋ ਵਿਦਿਆਰਥੀਓ ਕਰਦੇ ਹਾਂ ਸ਼ੁਰੂ। ਇਹਦੇ ਵਿੱਚ ਵੀ ਮੈਂ ਕੀ ਕਰਾਂਗਾ, ਤ੍ਰਿਭੁਜ ABC ਅਤੇ ਤ੍ਰਿਭੁਜ ABC ਅਤੇ ਤ੍ਰਿਭੁਜ CDA ਵਿੱਚ, ਠੀਕ ਹੈ ਜੀ, ਆਹ ਦੋ ਤ੍ਰਿਭੁਜ ਵਿਦਿਆਰਥੀਓ ਮੈਂ ਚੱਕ ਲੈਣਾ ਹਾਂ। ਇਹਦੇ ਵਿੱਚ ਮੈਨੂੰ ਕੀ ਦਿੱਤਾ ਹੋਇਆ ਕਿ AB ਬਰਾਬਰ CD, ਠੀਕ ਹੈ ਜੀ, ਹੋਰ ਮੈਨੂੰ ਕੀ ਦਿੱਤਾ ਹੋਇਆ ਜੀ, ਹੋਰ ਮੈਨੂੰ ਦਿੱਤਾ ਹੈ ਜੀ BC ਬਰਾਬਰ DA, ਠੀਕ ਹੈ ਜੀ, ਇਹ ਮੈਨੂੰ ਦਿੱਤਾ ਹੈ। ਠੀਕ ਹੈ ਜੀ, ਇਹ ਤਾਂ ਉਹਨੇ ਮੈਨੂੰ ਪਹਿਲੇ ਹੀ ਕਹਿ ਦਿੱਤਾ ਨਾ ਕਿ ਸਨਮੁਖ ਭੁਜਾਵਾਂ, ਦੇਖੋ ਧਿਆਨ ਨਾਲ ਦੇਖੋ, ਸਨਮੁਖ ਭੁਜਾਵਾਂ ਬਰਾਬਰ ਹੋਣ, ਠੀਕ ਹੈ ਜੀ, ਬਰਾਬਰ ਦਿੱਤੀਆਂ ਹੋਈਆਂ ਤਾਂ ਇਹ ਮੈਨੂੰ ਦਿੱਤਾ ਹੋਇਆ। ਤੀਸਰੀ ਚੀਜ਼ ਕੀ ਹੈ, ਤੀਸਰੀ ਭੁਜਾ AC ਬਰਾਬਰ AC, ਇਹ ਹੈ ਜੀ ਸਾਂਝੀ ਭੁਜਾ, ਠੀਕ ਹੈ ਜੀ, ਇਹ ਤਾਂ ਸਾਂਝੀ ਭੁਜਾ ਹੈ। ਇਹਦਾ ਮਤਲਬ ਆ ਭੁਜਾ ਇਹਦੇ ਬਰਾਬਰ, ਆ ਭੁਜਾ ਇਹਦੇ ਬਰਾਬਰ ਤੇ ਆ ਸਾਂਝੀ ਭੁਜਾ ਹੋ ਗਈ। ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ ਤ੍ਰਿਭੁਜ ABC ਸਰਵੰਸਮ ਹੈ ਤ੍ਰਿਭੁਜ CDA ਦੇ, ਠੀਕ ਹੈ ਜੀ। ਕਾਰਨ ਕੀ ਹੈ ਜੀ, SSS ਭਾਵ ਭੁਜਾ 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 ਦੇ ਹਿਸਾਬ ਦੇ ਨਾਲ ਇਹ ਦੋਵੇਂ ਤ੍ਰਿਭੁਜਾਂ ਆਪਸ ਵਿੱਚ ਕੀ ਬਣ ਗਈਆਂ, ਸਰਵੰਸਮ ਬਣ ਗਈਆਂ। ਹੁਣ ਜੇਕਰ ਇਹ ਸਰਵੰਸਮ ਬਣ ਗਈਆਂ ਤਾਂ ਹੁਣ ਕੀ ਮਿਲੇਗਾ, ਦੇਖੋ ਮੈਂ ਆਪਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਸੋਚਣੀਆਂ ਪੈਂਦੀਆਂ ਹਨ ਕਿ ਮੈਂ ਕਿਹਨੂੰ ਬਰਾਬਰ ਕਰਨਾ, ਕਿਹਨੂੰ ਬਰਾਬਰ ਨਹੀਂ ਰੱਖਣਾ, ਠੀਕ ਹੈ ਜੀ। ਜਿਸ ਦੀ ਲੋੜ ਹੈ ਮੈਂ ਉਹੀ ਚੀਜ਼ ਇੱਥੇ ਲਿਖਾਂਗਾ। ਮੈਂ ਇਹਨਾਂ ਨੂੰ ਸਮਾਨਾਂਤਰ ਕਰਨਾ, ਸਮਾਨਾਂਤਰ ਕਰਨ ਲਈ ਮੈਂ ਕੀ ਕਰ ਸਕਦਾ, ਇਹਦੇ ਇਕਾਂਤਰ ਕੋਣ ਬਰਾਬਰ ਕਰਾਂਗਾ। ਤਾਂ ਪਹਿਲੇ ਨੰਬਰ ਦੇ ਵਿੱਚ ਮੈਂ ਕੀ ਕਰਾਂਗਾ, ਇੱਥੇ ਕੋਣ ਨੰਬਰ ਪਾ ਲਓ 1, ਇੱਥੇ ਪਾ ਲਓ 2, ਆ ਪਾ ਲਓ 3, ਆ ਪਾ ਲਓ 4, ਕੋਣ 1 ਬਰਾਬਰ ਕੋਣ 2 ਲਿਖਾਂਗਾ CPCT, ਠੀਕ ਹੈ ਜੀ। ਕੋਣ 3 ਬਰਾਬਰ ਕੋਣ 4 ਇਹ ਵੀ ਲਿਖਾਂਗਾ CPCT। देखो कोण 1 कोण 2 ਦੇ ਬਰਾਬਰ ਹੈ, ਕੋਣ 3 ਕੋਣ 4 ਦੇ ਬਰਾਬਰ ਹੈ। ਇਹਦਾ ਕਾਰਨ ਹੈਗਾ CPCT ਯਾਨੀ ਕਿ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੂਐਂਟ ਟ੍ਰਾਇੰਗਲ, ਭਾਵ ਕਿ ਸਰਵੰਸਮ ਤ੍ਰਿਭੁਜਾਂ ਦੇ ਸੰਗਤ ਕੋਣ ਜਿਹੜੇ ਹੈਗੇ ਉਹ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ ਤੇ ਇਹ ਦੋ ਆਪਸ ਦੇ ਵਿੱਚ ਬਰਾਬਰ ਹੋ ਗਏ ਹਨ, ਠੀਕ ਹੈ। ਪਰ ਜਦੋਂ ਮੈਂ ਇਹਨਾਂ ਨੂੰ ਦੇਖਿਆ, ਪਰ ਇਹ ਇਕਾਂਤਰ ਕੋਣ ਹੈ, ਠੀਕ ਹੈ ਜੀ, ਪਰ ਇਹ ਇਕਾਂਤਰ ਕੋਣ ਹਨ, ਠੀਕ ਹੈ ਜੀ। ਜੇਕਰ ਇਹ ਇਕਾਂਤਰ ਕੋਣ ਹਨ ਵਿਦਿਆਰਥੀਓ ਤਾਂ ਇਹਦਾ ਮਤਲਬ ਜਦੋਂ ਕਰ ਕੋਣ 1 ਬਰਾਬਰ ਕੋਣ 2 ਹੋਇਆ ਤੇ ਇਕਾਂਤਰ ਕੋਣ, ਜੇਕਰ ਇਕਾਂਤਰ ਕੋਣ ਬਰਾਬਰ ਹੋਣ ਤਾਂ ਭੁਜਾਵਾਂ ਆਪਸ ਵਿੱਚ ਸਮਾਨਾਂਤਰ ਹੁੰਦੀਆਂ। ਇਸ ਤੋਂ ਭਾਵ ਹੋ ਗਿਆ ਕਿ AB ਸਮਾਨਾਂਤਰ ਹੈ DC ਦੇ, ਤੇ ਜੇਕਰ ਕੋਣ 3 ਬਰਾਬਰ ਕੋਣ 4 ਹੋ ਗਿਆ ਤੇ ਇਸ ਤੋਂ ਭਾਵ ਹੋ ਗਿਆ ਵਿਦਿਆਰਥੀਓ BC ਸਮਾਨਾਂਤਰ ਹੈ AD। ਆ ਦੇਖੋ ਆ ਦੋ ਚੀਜ਼ਾਂ। ਇਹਦਾ ਦੇਖੋ ਹੁਣ ਜੇਕਰ ਦੋ ਸਨਮੁਖ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹੋ ਜਾਣ ਤਾਂ ਇਹ ABCD ਕੀ ਬਣ ਜਾਏਗਾ, ਇੱਕ ਸਮਾਨਾਂਤਰ ਚਤੁਰਭੁਜ ਬਣ ਜਾਏਗਾ। ਜੇਕਰ ABCD ਇੱਕ ਸਮਾਨਾਂਤਰ ਚਤੁਰਭੁਜ ਬਣ ਗਿਆ ਸਾਡੇ ਕੋਲ ਤਾਂ ਮੇਰੇ ਖਿਆਲ ਨਾਲ ਤਾਂ ਇਹੀ ਤਾਂ ਆਪਾਂ ਸਿੱਧ ਕਰਨਾ ਸੀਗਾ ਕਿ ਜੇਕਰ ਇੱਕ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੋਣ ਤਾਂ ਇਹ ਇੱਕ ਸਮਾਨਾਂਤਰ ਚਤੁਰਭੁਜ ਹੋਵੇਗਾ, ਠੀਕ ਹੈ ਜੀ। ਅਸੀਂ ਉਹ ਕਰ ਦਿੱਤਾ ਜੀ, ਦੇਖੋ ਕਿਵੇਂ ਹੋਵੇਗਾ, ਪੂਰਾ ਚੀਜ਼ ਆਪਾਂ ਹੱਲ ਕਰਕੇ ਇੱਥੇ ਸਿੱਧ ਵੀ ਕਰ ਚੁੱਕੇ ਹਾਂ ਕਿ ਬਈ ਕਿਦਾਂ ਇਹ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਸਮਾਨਾਂਤਰ ਹੋ ਸਕਦੀਆਂ। ਇਹਦੇ ਵਿੱਚ ਸਮਝਣ ਵਾਲੀ ਚੀਜ਼ ਸਿਰਫ ਵਿਦਿਆਰਥੀਓ ਲਾਸਟ ਸਟੈਪ ਹੈ, ਉਹ ਕੀ ਹੈ ਕਿ ਜਦੋਂ ਕੋਣ 1 ਨੂੰ ਕੋਣ 2 ਦੇ ਬਰਾਬਰ ਕੀਤਾ, ਠੀਕ ਹੈ ਜੀ, ਤੇ ਇਹਦੇ ਵਿੱਚ ਮੈਂ ਇਹ ਦੇਖਿਆ ਕਿ ਇਹ ਤਾਂ ਇਕਾਂਤਰ ਕੋਣ ਹਨ ਤੇ ਜੇਕਰ ਇਕਾਂਤਰ ਕੋਣ ਬਰਾਬਰ ਹਨ ਤੇ ਇਕਾਂਤਰ ਕੋਣ ਕਿਹਦੇ ਹਨ, AB ਤੇ CD ਭੁਜਾ ਜਿਹੜੀ ਹੈ ਉਹਨੂੰ ਲੈ ਕੇ ਚੱਲ ਰਹੀ ਹੈ, ਠੀਕ ਹੈ ਜੀ। ਆਹ ਤਾਂ ਸਾਂਝੀ ਭੁਜਾ ਹੈ ਤੇ ਇਹਦਾ ਭਾਵ ਇਹ ਹੋਇਆ ਕਿ AB ਤੇ CD ਜਿਹੜੇ ਹੈਗੇ ਨੇ ਇਹ ਆਪਸ ਦੇ ਵਿੱਚ ਸਮਾਨਾਂਤਰ ਹੋ ਗਏ ਪਹਿਲੀ ਵਾਰੀ। ਦੂਸਰੀ ਵਾਰੀ ਜਦੋਂ 3 ਤੇ 4 ਕਿਹਨੇ ਕੰਟੇਨ ਕੀਤਾ, AC ਤੇ ਸਮਾਨ ਹੈ, ਸਾਂਝੀ ਹੈ ਦੋਨਾਂ ਦੀ। ਇਹਦਾ ਮਤਲਬ ਕੋਣ 3 ਤੇ ਕੋਣ 4 ਭੁਜਾ BC ਤੇ ਭੁਜਾ AD ਨੇ ਜਿਹੜਾ ਹੈਗਾ ਉਹ ਬਣਾਇਆ ਆ। ਇਹਦਾ ਮਤਲਬ BC ਤੇ AD ਵੀ ਦੋਨੋਂ ਆਪਸ ਦੇ ਵਿੱਚ ਕੀ ਹੋ ਜਾਣਗੀਆਂ, ਸਮਾਨਾਂਤਰ ਹੋ ਜਾਣਗੀਆਂ। ਤੇ ਜੇਕਰ ਸਨਮੁਖ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹੋ ਜਾਣ ਤਾਂ ABCD ਇੱਕ ਕੀ ਬਣ ਜਾਏਗਾ, ਸਮਾਨਾਂਤਰ ਚਤੁਰਭੁਜ ਜਿਹੜਾ ਹੈਗਾ ਉਹ ਬਣ ਜਾਏਗਾ, ਠੀਕ ਹੈ ਜੀ। ਸੋ ਵਿਦਿਆਰਥੀਓ ਇਹ ਸੀ ਸਾਡੇ ਕੋਲ ਇਹਦੀ ਪ੍ਰੋਪਰਟੀ ਨੰਬਰ 3। ਪ੍ਰੋਪਰਟੀ ਨੰਬਰ 4 ਦੇ ਵਿੱਚ ਵਿਦਿਆਰਥੀਓ ਇਹ ਦੇਖੋ 3 ਪ੍ਰਾਪਰਟੀ ਜਿਹੜੀਆਂ ਆਪਾਂ ਹਾਲ ਤੱਕ ਪ੍ਰਾਪਰਟੀਆਂ ਕੀਤੀਆਂ ਬੜੀਆਂ ਇੰਪੋਰਟੈਂਟ ਪ੍ਰਾਪਰਟੀਆਂ ਨੇ। ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਜਿਹੜਾ ਹੈਗਾ, ਇਹਨਾਂ ਸਾਰੇ ਗੁਣਾਂ ਨੂੰ ਅਸੀਂ ਆਪਣੇ ਜਿਹੜੇ ਚੈਪਟਰ ਦੇ ਐਕਸਰਸਾਈਜ਼ ਦੇ ਵਿੱਚ ਇੰਪਲੀਮੈਂਟ ਕਰਨਾ ਹੈ, ਯਾਨੀ ਕਿ ਇਹਨਾਂ ਨੂੰ ਲਗਾ ਕੇ ਅਸੀਂ ਪ੍ਰਸ਼ਨ ਹੱਲ ਕਰਾਂਗੇ। ਚਲੋ ਆਓ ਅਸੀਂ ਇਹਦੇ ਚੌਥੇ ਗੁਣ ਵੱਲ ਦੇਖਦੇ ਹਾਂ। ਚੌਥਾ ਗੁਣ ਕੀ ਹੈ, ਜੇਕਰ ਇੱਕ ਚਤੁਰਭੁਜ ਦੇ ਸਨਮੁਖ ਕੋਣ, ਜੇਕਰ ਇੱਕ ਚਤੁਰਭੁਜ ਦੇ ਸਨਮੁਖ ਕੋਣ ਕੋਣਾਂ ਦਾ ਜੋੜਾ ਆਪਸ ਵਿੱਚ ਬਰਾਬਰ ਹੋਵੇ ਤਾਂ ਦੇਖੋ ਇੱਕ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਜੋੜਾ ਆਪਸ ਵਿੱਚ ਬਰਾਬਰ ਹੋਵੇ ਤਾਂ ਇਹ ਇੱਕ
ਦੇਖੋ ਇਹਦੇ ਵਿੱਚ ਕਿਸੇ ਵੀ ਚਤੁਰਭੁਜ ਦੀ ਗੱਲ ਕਰ ਰਿਹਾ, ਜੇਕਰ ਕਿਸੇ ਵੀ ਚਤੁਰਭੁਜ ਦੇ ਸਨਮੁਖ ਕੋਣਾਂ ਜਿਹੜੇ ਬਰਾਬਰ ਹੋਵੇ ਤਾਂ ਇਹ ਇੱਕ ਸਮਾਨਾਂਤਰ ਚਤੁਰਭੁਜ ਹੋਵੇਗਾ। ਸਮਾਨਾਂਤਰ ਚਤੁਰਭੁਜ ਹੋਵੇਗਾ। देखो फिर मैं पढ़दा एक बारी, जेकर एक चतुर्भुज ਦੇ ਸਨਮੁਖ ਕੋਣਾਂ ਦਾ ਜੋੜਾ ਆਪਸ ਵਿੱਚ ਬਰਾਬਰ ਹੋਵੇ ਤਾਂ ਇਹ ਇੱਕ ਸਮਾਨਾਂਤਰ ਚਤੁਰਭੁਜ ਹੋਵੇਗਾ। ਭਾਵ ਇਹ ਕਿ ਮੰਨ ਲਓ ਆ ਇੱਕ ਚਤੁਰਭੁਜ ਹੈ ਸਾਡੇ ਕੋਲ, ਠੀਕ ਹੈ ਜੀ, ਆ ਇੱਕ ਚਤੁਰਭੁਜ ਹੈ ਸਾਡੇ ਕੋਲ। ਇਸ ਚਤੁਰਭੁਜ ਦੇ ਵਿੱਚ ਅਸੀਂ ਕੀ ਕੀਤਾ, ਠੀਕ ਹੈ, ਇਸ ਚਤੁਰਭੁਜ ਦੇ ਵਿੱਚ ਆ A B C ਤੇ D ਹੈ। ਇਹਦੇ ਵਿੱਚ ਮੈਨੂੰ ਇਹ ਕਿਹਾ ਜਾ ਰਿਹਾ ਕਿ ਕੋਣ A ਕੋਣ C ਦੇ ਬਰਾਬਰ ਹੈ ਤੇ ਕੋਣ D ਕੋਣ B ਦੇ ਬਰਾਬਰ ਹੈ, ਤਾਂ ਇਹ ਇੱਕ ਕੀ ਬਣ ਜਾਏਗਾ, ਸਮਾਨਾਂਤਰ ਚਤੁਰਭੁਜ ਬਣ ਜਾਏਗਾ। ਇਹ ਇੱਕ ਸਮਾਨਾਂਤਰ ਚਤੁਰਭੁਜ ਜੇਕਰ ਇਹ ਬਰਾਬਰ ਹੋਣਗੇ ਤਾਂ ਸਮਾਨਾਂਤਰ ਚਤੁਰਭੁਜ ਬਣੇਗਾ। ਤੇ ਪੰਜਵੇਂ ਗੁਣ ਦੇ ਵਿੱਚ ਅਸੀਂ ਕੀ ਕਰਾਂਗੇ ਤੇ ਜੇਕਰ ਇੱਕ ਇਹ ਆਪਸ ਦੇ ਵਿੱਚ ਮਤਲਬ ਇਹਦੇ ਵਿੱਚ ਇੱਕ ਸਮਾਨਾਂਤਰ ਚਤੁਰਭੁਜ ਹੋਵੇ, ਮਤਲਬ ਇਹੀ ਚੀਜ਼ ਨੂੰ ਮੈਂ ਦੁਬਾਰਾ ਲਿਖਦਾ, ਜੇਕਰ ਕਿਉਂ ਲਿਖਾਂਗਾ, ਇੱਥੇ ਮੈਂ ਲਿਖਾਂਗਾ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਕਹਿਣ ਦਾ ਭਾਵ ਪੰਜਵਾਂ ਪਾਰਟ ਚੌਥੇ ਪਾਰਟ ਦਾ ਉਲਟ ਹੈ। ਉਲਟ ਵੀ ਸੱਚ ਹੈ, ਜੇਕਰ ਉਹ ਸਨਮੁਖ ਕੋਣ ਬਰਾਬਰ ਦਿੱਤੇ ਗਏ ਹੋਣਗੇ ਤਾਂ ਇਹ ਇੱਕ ਸਮਾਨਾਂਤਰ ਚਤੁਰਭੁਜ ਹੋਏਗਾ। ਤੇ ਜੇਕਰ ਤੁਹਾਨੂੰ ਇਹ ਕਹਿ ਦੇਵੇ ਕਿ ਇਹ ਇੱਕ ਸਮਾਨਾਂਤਰ ਚਤੁਰਭੁਜ ਹੈ ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਦੇ ਸਨਮੁਖ ਕੋਣ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਬਰਾਬਰ ਹੋਣਗੇ। ਇਹ ਸਮਾਨਾਂਤਰ ਚਤੁਰਭੁਜ ਦੀ ਬੜੀ ਇੰਪੋਰਟੈਂਟ ਤੇ ਖਾਸ ਪ੍ਰਾਪਰਟੀ ਹੈ, ਇਸ ਦਾ ਵੀ ਧਿਆਨ ਆਪਾਂ ਰੱਖਣਾ ਹੈ, ਠੀਕ ਹੈ ਜੀ। ਇਹ ਦੋਨੋਂ ਪ੍ਰਾਪਰਟੀ ਹੋ ਗਈਆਂ। ਆਓ ਆਪਾਂ ਇਸ ਦੀ ਅਗਲੀ ਪ੍ਰਾਪਰਟੀ ਦੇਖੀਏ। ਅਗਲੀ ਪ੍ਰਾਪਰਟੀ ਵੀ ਇਸ ਦੀ ਕਾਫੀ ਅੱਛੀ ਹੈ, ਉਸ ਨੂੰ ਆਪਾਂ ਯੂਜ਼ ਕਰਾਂਗੇ ਇਹ ਜਦੋਂ 8.1 ਦੇ ਕੁਝ ਕੁਐਸਚਨਸ ਹੈਗੇ ਨੇ ਉਹਨਾਂ ਨੂੰ ਸੋਲਵ ਕਰਾਂਗੇ ਤਾਂ ਉਹਦੇ ਵਿੱਚ ਜਿਹੜੇ ਹੈਗੇ ਉਹ ਪ੍ਰਾਪਰਟੀ ਬਹੁਤ ਜ਼ਿਆਦਾ ਇਸਤੇਮਾਲ ਹੋਏਗੀ, ਠੀਕ ਹੈ ਜੀ। ਉਹ ਪ੍ਰਾਪਰਟੀ ਕੀ ਹੈ ਜੀ, ਸਮਾਨਾਂਤਰ ਚਤੁਰਭੁਜ ਦੇ ਛੇਵੀਂ ਪ੍ਰਾਪਰਟੀ ਹੈ ਜੀ ਸਮਾਨਾਂਤਰ ਚਤੁਰਭੁਜ। ਦੇਖੋ ਜੀ ਆ ਚੀਜ਼ ਕੀ ਹੈ ਜੀ, ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਦੇਖੋ ਸਮਾਨਾਂਤਰ ਚਤੁਰਭੁਜ ਦੇ ਹੁਣ ਵਿਕਰਣਾਂ ਦੀ ਗੱਲ ਚੱਲ ਰਹੀ ਹੈ, ਇਹਦਾ ਮਤਲਬ ਇਹ ਪ੍ਰਾਪਰਟੀ ਜਿਹੜੀ ਵਿਕਰਣਾਂ ਦੀ ਆ। ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਆਪਸ ਵਿੱਚ ਸਮਦੋਭਾਜਿਤ ਕਰਦੇ ਹਨ, ਠੀਕ ਹੈ ਜੀ। ਜਿਹੜੇ ਸਮਾਨਾਂਤਰ ਚਤੁਰਭੁਜ ਦੇ ਵਿਕਰਨ ਹਨ ਉਹ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹਨ। ਭਾਵੇਂ ਕਿ ਦੇਖੋ ਜੀ ਆ ਚੀਜ਼ ਆ ਗਈ, ਦੇਖੋ ਆ ਇੱਕ ਸਮਾਨਾਂਤਰ ਚਤੁਰਭੁਜ ਹੈ, ਠੀਕ ਹੈ ਜੀ, A B C ਤੇ D। ਜੇਕਰ ਇਹ ਇੱਕ ਸਮਾਨਾਂਤਰ ਚਤੁਰਭੁਜ ਹੈ ਤਾਂ ਇਸ ਦੇ ਵਿਕਰਨ ਕਿਹੜੇ ਹੋਣਗੇ, AC ਤੇ BD ਜਿਹੜੇ ਹੈਗੇ ਇਹਦੇ ਵਿਕਰਨ ਹੋਣਗੇ, ਮੰਨ ਲਓ O ਤੇ ਕੱਟਦੇ ਹਨ, ਠੀਕ ਹੈ ਜੀ। ਆਹ ਭੁਜਾ ਇਹਦੇ ਸਮਾਨਾਂਤਰ ਹੈ ਤੇ ਆਹ ਭੁਜਾ ਇਹਦੇ ਸਮਾਨਾਂਤਰ ਹੈ। ਇਹ ਦਿੱਤਾ ਹੋਇਆ ਸਾਨੂੰ, ਉਹ ਇਹ ਕਹਿ ਰਿਹਾ ਕਿ ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਆਪਸ ਵਿੱਚ ਸਮਦੋਭਾਜਿਤ ਕਰਦੇ ਹਨ। ਇਸ ਤੋਂ ਭਾਵ ਇਹ ਹੋਇਆ ਕਿ OA ਥੋੜਾ ਲਿਖਣ ਚ ਗੜਬੜ ਕਰਕੇ ਯੈਸ, ਇਸ ਤੋਂ ਭਾਵ ਇਹ ਹੋਇਆ ਕਿ OA ਬਰਾਬਰ OC ਅਤੇ OB ਬਰਾਬਰ OD ਹੋਵੇਗਾ। ਇਹ ਚੀਜ਼ ਉਹ ਕਹਿ ਰਿਹਾ, ਠੀਕ ਹੈ ਜੀ। ਜੇਕਰ ਇਹ ਇੱਕ ਸਮਾਨਾਂਤਰ ਚਤੁਰਭੁਜ ਹੈ, AC ਤੇ BD ਉਹਦੇ ਦੋ ਵਿਕਰਨ ਹਨ ਜੋ ਕਿ O ਤੇ ਕੱਟਦੇ ਹਨ, ਤਾਂ ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ OA ਬਰਾਬਰ OC ਤੇ OB ਬਰਾਬਰ OD ਜਿਹੜੀ ਹੈਗੀ ਉਹ ਹੋਵੇਗੀ, ਠੀਕ ਹੈ ਵਿਦਿਆਰਥੀਓ। ਸੋ ਇਹ ਕੁਝ ਇੱਕ ਗੁਣ ਸਨ ਜਿਹੜੇ ਅਸੀਂ ਇੱਕ ਸਮਾਨਾਂਤਰ ਚਤੁਰਭੁਜ ਦੇ ਕੀਤੇ ਹਨ। ਆਓ ਅਸੀਂ ਇੱਕ ਵਾਰੀ ਸ਼ਾਰਟ ਦੇ ਵਿੱਚ ਉਹਨਾਂ ਸਾਰੇ ਗੁਣਾਂ ਨੂੰ ਰਿਵਾਈਜ਼ ਕਰੀਏ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਕੇ ਦੇਖਦੇ ਹਾਂ ਕਿ ਇਹਨਾਂ ਦੇ ਗੁਣ ਸਾਡੇ ਲੱਗਣੇ ਕਿੱਥੇ ਹਨ, ਠੀਕ ਹੈ। ਐਕਸਰਸਾਈਜ਼ ਤਾਂ ਅਸੀਂ ਡਿਟੇਲ ਦੇ ਵਿੱਚ ਕਰਾਂਗੇ, ਲੇਕਿਨ ਅੱਜ ਅਸੀਂ ਥੋੜੀ ਜਿਹੀ ਟਰਾਈ ਕਰਕੇ ਦੇਖਾਂਗੇ ਕਿ ਇਹ ਗੁਣ ਕਿੱਥੇ ਲੱਗ ਸਕਦੇ ਹਨ, ਠੀਕ ਹੈ। ਸਭ ਤੋਂ ਪਹਿਲੀ ਚੀਜ਼ ਹੈ ਇਹਦੇ ਗੁਣ ਕਿਹੜੇ ਹਨ। ਪਹਿਲਾਂ ਆਪਾਂ ਇੱਥੇ ਸਮਾਨਾਂਤਰ ਚਤੁਰਭੁਜ ਡਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ ਜੀ। ਆ ਇੱਕ ਸਮਾਨਾਂਤਰ ਚਤੁਰਭੁਜ ਹੈ A B C ਤੇ D, ਠੀਕ ਹੈ ਜੀ। ਦੇਖੋ ਜੇਕਰ ਇਹ ਇੱਕ ਸਮਾਨਾਂਤਰ ਚਤੁਰਭੁਜ ਹੈ ਤਾਂ ਪਹਿਲਾ ਗੁਣ ਜਿਹੜਾ ਹੈਗਾ ਇਸ ਦੇ ਡੈਫੀਨੇਸ਼ਨ ਤੋਂ ਹੀ ਆਉਂਦਾ ਹੈ। ਸਮਾਨਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਆਪਸ ਦੇ ਵਿੱਚ ਕੀ ਹੁੰਦੀਆਂ ਹਨ, ਸਮਾਨਾਂਤਰ ਹੁੰਦੀਆਂ ਹਨ। ਪਹਿਲੀ ਚੀਜ਼ ਆ ਗਈ, ਠੀਕ ਹੈ ਜੀ। ਮੈਂ ਇੱਥੇ ਨਾਮ ਦੇ ਨਾਲ ਸ਼ਾਰਟ ਦੇ ਵਿੱਚ ਲਿਖੀ ਜਾਂਦਾ ਕਿ AB ਸਮਾਨਾਂਤਰ ਹੈ DC ਅਤੇ BC ਸਮਾਨਾਂਤਰ ਹੈ AD। ਪਹਿਲੀ ਚੀਜ਼ ਇਹ ਹੋਗੀ। ਦੂਸਰੀ ਚੀਜ਼ ਉਹ ਕਹਿੰਦਾ ਹੈ ਕਿ ਇਸ ਦੇ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। ਇਹਦਾ ਭਾਵ ਹੋਇਆ ਕਿ AB ਬਰਾਬਰ AD DC AB ਬਰਾਬਰ DC ਅਤੇ BC ਬਰਾਬਰ AD ਆ ਦੋ ਸਨਮੁਖ ਭੁਜਾਵਾਂ ਆਪਸ ਬਰਾਬਰ। ਤੀਸਰੀ ਚੀਜ਼ ਉਹਨੇ ਮੈਨੂੰ ਕਿਹਾ ਸੀ ਕਿ ਇਸ ਦੇ ਸਨਮੁਖ ਕੋਣ ਜਿਹੜੇ ਹਨ ਉਹ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ।
ਇਹ ਤੋਂ ਭਾਵ ਹੋ ਗਿਆ ਕੋਣ A ਬਰਾਬਰ ਕੋਣ C ਅਤੇ ਕੋਣ B ਬਰਾਬਰ ਕੋਣ D। ਚੌਥੇ ਨੰਬਰ ਦੇ ਵਿੱਚ ਉਹਨੇ ਮੈਨੂੰ ਕਿਹਾ ਸੀ ਜੇਕਰ ਆ ਦੋ ਉਹਦੇ ਵਿਕਰਨ ਹੋਣ, ਦੇਖੋ ਵਿਕਰਨ ਨੇ ਵਿਕਰਨ O ਤੇ ਕੱਟਦੇ ਹਨ ਤਾਂ ਇਸ ਤੋਂ ਭਾਵ ਇਹ ਸੀਗਾ ਕਿ OA ਬਰਾਬਰ OC ਅਤੇ OB ਬਰਾਬਰ OD ਹੋਵੇਗਾ। ਠੀਕ ਹੈ ਜੀ, ਆ ਵਿਕਰਨਾਂ ਵਾਲੇ ਸੀਗੇ, ਆ ਕੋਣ ਵਾਲੀ ਸੀਗੀ, ਆ ਭੁਜਾਵਾਂ ਵਾਲੇ ਸੀਗੇ। ਇਹ ਕੁਝ 4-5 ਪ੍ਰੋਪਰਟੀਆਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਇੱਕ ਸਮਾਨਾਂਤਰ ਚਤੁਰਭੁਜ ਦੀਆਂ ਪ੍ਰੋਪਰਟੀਆਂ ਨੇ ਤੇ ਇੰਨੇ ਖਾਸ ਗੁਣ ਨੇ ਇਹਨਾਂ ਦੇ ਕਿ ਜੇਕਰ ਇਹ ਗੁਣ ਆਪਣੇ ਆਪ ਦੇ ਵਿੱਚ ਸਾਬਿਤ ਹੋ ਜਾਵੇ, ਆਹ ਗੁਣ ਆਪਣੇ ਆਪ ਦੇ ਵਿੱਚ ਸਾਬਿਤ ਹੋ ਜਾਵੇ, ਆਹ ਗੁਣ ਆਪਣੇ ਆਪ ਦੇ ਵਿੱਚ ਸਾਬਿਤ ਹੋ ਜਾਵੇ ਕਿਸੇ ਵੀ ਚਤੁਰਭੁਜ ਦੇ ਵਿੱਚ, ਤਾਂ ਉਹ ਚਤੁਰਭੁਜ ਆਪਣੇ ਆਪ ਜਿਹੜਾ ਹੈ ਉਹ ਸਮਾਨਾਂਤਰ ਚਤੁਰਭੁਜ ਬਣ ਜਾਏਗਾ। ਸੋ ਇਹ ਇਹਨਾਂ ਦੇ ਸਭ ਤੋਂ ਖਾਸ ਗੁਣ ਨੇ। ਆਓ ਵਿਦਿਆਰਥੀਓ ਇੱਕ ਪ੍ਰਸ਼ਨ ਮੈਂ ਸਿਰਫ ਹਲਕਾ ਜਿਹਾ ਹੱਲ ਕਰਾਂਗਾ ਤੇ ਉਹਦੇ ਵਿੱਚ ਮੈਂ ਆਪ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਆਪਾਂ ਗੁਣਾਂ ਨੂੰ ਜਾਣ ਕੇ ਆਪਾਂ ਉਹਨਾਂ ਦੇ ਇੱਕ ਕੋਈ ਪ੍ਰਸ਼ਨ ਕਿਵੇਂ ਹੱਲ ਕਰ ਸਕਦੇ ਹਾਂ। ਠੀਕ ਹੈ ਜੀ, ਅਸੀਂ ਇੱਕ ਪ੍ਰਸ਼ਨ ਲੈਣੇ ਹਾਂ। ਵੈਸੇ ਜਨਰਲ ਮੇਰੇ ਦਿਮਾਗ ਦੇ ਵਿੱਚ ਕੁਐਸਚਨ ਆਇਆ ਇੱਕ, ਆਪਣੀ ਬੁੱਕ ਦੇ ਵਿੱਚ ਵੀ ਹੈ ਕੁਐਸਚਨ ਲੇਕਿਨ ਉਹ ਥੋੜਾ ਜਿਹਾ ਚੇਂਜ ਹੈ ਬੁੱਕ ਨਾਲੋਂ। ਠੀਕ ਹੈ, ਜੇਕਰ ਮੰਨ ਲਓ ਸਾਡੇ ਕੋਲ ਇੱਕ ਵਰਗ ਹੈ, ਠੀਕ ਹੈ ਜੀ, ਮਸਲਨ ਸਾਡੇ ਕੋਲ ਇੱਕ ਵਰਗ ਹੈ, ਉਸ ਵਰਗ ਦੇ ਵਿੱਚ ਕੀ ਹੈ, ਵਰਗ ਦੇ ਆਪਾਂ ਗੱਲ ਕੀਤੀ ਸੀ ਸਮਚਤੁਰਭੁਜ ਦੀ ਕਿ ਸਮਚਤੁਰਭੁਜ ਦਾ ਇੱਕ ਕੋਣ ਜਿਹੜਾ ਹੈ ਜੇਕਰ ਉਹ 90 ਡਿਗਰੀ ਦਾ ਹੋਵੇ ਤਾਂ ਉਹ ਇੱਕ ਵਰਗ ਬਣ ਜਾਏਗਾ। ਠੀਕ ਹੈ ਜੀ, ਮੈਂ ਇਹ ਗੱਲ ਕੀਤੀ ਸੀ। ਚਲੋ ਆਪਾਂ ਦੇਖਦੇ ਹਾਂ, ਆ ਇੱਕ ਸਮਚਤੁਰਭੁਜ ਹੈ। ਠੀਕ ਹੈ ਜੀ, ਮੰਨ ਲਓ ਆ ਇੱਕ ਸਮਚਤੁਰਭੁਜ ਹੈ। ਠੀਕ ਹੈ ਜੀ, ਆ A ਆ B ਆ C ਤੇ ਆ D। ਉਹ ਇਹ ਕਹਿ ਰਿਹਾ ਜੇਕਰ ਸਮਚਤੁਰਭੁਜ ਦਾ ਇੱਕ ਕੋਣ 90 ਡਿਗਰੀ ਦਾ ਹੋਵੇ, ਠੀਕ ਹੈ ਜੀ, ਤਾਂ ਇਹਦਾ ਮਤਲਬ ਉਹ ਕੁਝ ਇਦਾਂ ਦਾ ਬਣ ਜਾਏਗਾ A B C ਤੇ D। ਠੀਕ ਹੈ ਜੀ, ਤੇ ਆਹ ਕੋਣ 90 ਡਿਗਰੀ ਦਾ ਹੋ ਗਿਆ, ਇੱਕ ਕੋਣ 90 ਡਿਗਰੀ ਦਾ ਹੋ ਗਿਆ ਤਾਂ ਇਹ ਇੱਕ ਵਰਗ ਬਣ ਜਾਏਗਾ। ਲੇਕਿਨ ਜਦੋਂ ਮੈਂ ਛੋਟੀ ਕਲਾਸ ਦੇ ਵਿੱਚ ਪੜ੍ਹਦਾ ਸੀ ਤਾਂ ਮੈਂ ਇਹ ਦੇਖਿਆ ਸੀਗਾ ਕਿ ਵਰਗ ਜਿਹੜਾ ਹੈ, ਵਰਗ ਦਾ ਹਰ ਕੋਣ 90 ਡਿਗਰੀ ਦਾ ਹੋਣਾ ਚਾਹੀਦਾ ਹੈ। ਤਾਂ ਉਸਨੇ ਇਹ ਸ਼ਬਦ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਕਿ ਜੇਕਰ ਸਮਾਨਾਂਤਰ ਚਤੁਰਭੁਜ ਦੇ ਹਰੇਕ ਕੋਣ 90 ਡਿਗਰੀ ਦਾ ਹੋ ਜਾਵੇ ਫਿਰ ਉਹ ਵਰਗ ਬਣੇਗਾ। ਉਹਨੇ ਇਹ ਕਿਉਂ ਕਿਹਾ ਕਿ ਜੇਕਰ ਸਮਚਤੁਰਭੁਜ ਦਾ ਇੱਕ ਕੋਣ 90 ਡਿਗਰੀ ਦਾ ਹੋਵੇ ਤਾਂ ਫਿਰ ਉਹ ਜਿਹੜਾ ਵਰਗ ਬਣੇਗਾ। ਉਸ ਦਾ ਕਾਰਨ ਇਹ ਹੈ ਵਿਦਿਆਰਥੀਓ, ਇਹ ਜਿਹੜੇ ਸਮਾਨਾਂਤਰ ਚਤੁਰਭੁਜ ਦੇ ਗੁਣ ਹਨ ਉਹਨਾਂ ਦੇ ਵਿੱਚ ਇਹਦਾ ਕਾਰਨ ਜਿਹੜਾ ਹੈ ਛੁਪਿਆ ਹੈ। ਇਸ ਸਵਾਲ ਨੂੰ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਜੋ ਅਸੀਂ ਇਹਨਾਂ ਨੂੰ ਸਮਝ ਸਕੀਏ। ਦੇਖੋ ਇਹਦੇ ਵਿੱਚ ਸਾਨੂੰ ਇਹ ਚੀਜ਼ ਪਤਾ ਹੈ ਕਿ ਆਹ ਦੋ ਭੁਜਾਵਾਂ ਜਿਹੜੀਆਂ ਹਨ ਆਪਸ ਦੇ ਵਿੱਚ ਸਾਨੂੰ ਭੁਜਾਵਾਂ ਆਪਸ ਵਿੱਚ ਸਮਾਨਾਂਤਰ ਹਨ। ਹੁਣ ਆਪਾਂ ਸਮਾਨਾਂਤਰ ਭੁਜਾਵਾਂ ਜੇਕਰ ਆਹ ਦੇਖੋ ਵਿਦਿਆਰਥੀਓ, ਆਹ ਦੋ ਸਮਾਨਾਂਤਰ ਰੇਖਾਵਾਂ ਨੇ। ਠੀਕ ਹੈ ਜੀ, ਆਹ ਇਹਦੀ ਕਾਟਵੀ ਰੇਖਾ। ਠੀਕ ਹੈ ਜੀ, ਜੇਕਰ ਕਾਟਵੀ ਰੇਖਾ ਦੇ ਸਮਾਨਾਂਤਰ ਰੇਖਾਵਾਂ ਦੇ ਇੱਕੋ ਪਾਸੇ ਵਾਲੇ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ ਹੁੰਦਾ। ਠੀਕ ਹੈ ਜੀ, ਹੁਣ ਆਹ ਮੇਰੇ ਕੋਲ AD ਜਿਹੜਾ ਹੈ ਉਹ ਸਮਾਨਾਂਤਰ ਹੈ BC ਦੇ। ਦੇਖੋ AD ਸਮਾਨਾਂਤਰ ਹੈ BC ਦੇ। ਠੀਕ ਹੈ ਜੀ, ਤੇ ਆ AB ਦੀ ਕਾਟਵੀ ਰੇਖਾ ਬਣ ਗਈ। ਠੀਕ ਹੈ ਜੀ, ਅਤੇ AB ਇਸ ਦੀ ਕਾਟਵੀ ਰੇਖਾ ਹੈ। ਦੇਖੋ ਆ ਦੋ ਸਮਾਨਾਂਤਰ ਨੇ, ਆ ਇਹਦੀ ਕਾਟਵੀ ਰੇਖਾ ਹੈ ਤਾਂ ਇਸ ਤੋਂ ਭਾਵੇਂ ਬਣਿਆ ਕੋਣ A ਜਮਾ ਕੋਣ B ਬਰਾਬਰ 180 ਡਿਗਰੀ। ਕਾਰਨ ਕੀ ਹੈ ਵਿਦਿਆਰਥੀਓ, ਕਾਰਨ ਹੈ ਸਮਾਨਾਂਤਰ ਰੇਖਾਵਾਂ ਦੇ ਇੱਕੋ ਪਾਸੇ ਬਣੇ ਅੰਦਰੂਨੀ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤੇ ਆ ਹੋ ਗਿਆ। ਹੁਣ ਕੋਣ A ਬਰਾਬਰ ਕਿੰਨਾ ਹੈ, 190 ਡਿਗਰੀ, ਤੇ ਕੋਣ B ਕਿੰਨਾ ਹੋ ਗਿਆ, 180 ਘਟਾਓ 90, ਤੇ ਕੋਣ B ਵੀ ਕਿੰਨਾ ਬਣ ਗਿਆ, 90 ਡਿਗਰੀ। ਇਹਦਾ ਮਤਲਬ ਕੋਣ B ਵੀ 90 ਡਿਗਰੀ ਬਣ ਗਿਆ। ਹੁਣ ਇੱਕ ਕੋਣ 90 ਡਿਗਰੀ ਦਾ ਸੀ, ਦੂਜਾ ਵੀ ਕੋਣ 90 ਡਿਗਰੀ ਦਾ ਬਣ ਗਿਆ। ਹੁਣ ਆ ਦੋ ਭੁਜਾਵਾਂ ਜਿਹੜੀਆਂ ਹਨ ਇਹ ਆਪਸ ਵਿੱਚ ਕੀ ਹਨ, ਸਮਾਨਾਂਤਰ ਹਨ, ਤੇ ਆ ਇਹਦੀ ਕਾਟਵੀ ਭੁਜਾ ਹੈ। ਇਸੇ ਤਰੀਕੇ ਨਾਲ ਕੋਣ C ਜਿਹੜਾ ਹੈਗਾ ਉਹ ਵੀ 90 ਡਿਗਰੀ ਦਾ ਬਣ ਜਾਏਗਾ। ਫਿਰ ਇਹਨਾਂ ਦੋਨਾਂ ਨੂੰ ਆ ਦੋ ਰੇਖਾਵਾਂ ਜਿਹੜੀਆਂ ਹਨ ਉਹ ਸਮਾਨਾਂਤਰ ਹਨ ਤੇ CD ਕਾਟਵੀ ਰੇਖਾ ਹੈ, ਤੇ ਇਸੇ ਤਰੀਕੇ ਨਾਲ ਕੋਣ D ਵੀ ਜਿਹੜਾ ਹੈਗਾ ਉਹ 90 ਡਿਗਰੀ ਦਾ ਬਣ ਜਾਏਗਾ। ਭਾਵ ਇੱਕ ਕੋਣ ਜੇਕਰ ਸਮਚਤੁਰਭੁਜ ਦਾ ਇੱਕ ਕੋਣ ਜਾਂ ਸਮਚਤੁਰਭੁਜ ਦਾ ਲੈ ਲਓ ਜਾਂ ਫਿਰ ਸਮਾਨਾਂਤਰ ਚਤੁਰਭੁਜ ਦਾ ਲੈ ਲਓ, ਜੇਕਰ ਇੱਕ ਕੋਣ 90 ਡਿਗਰੀ ਦਾ ਹੋ ਜਾਏ ਤਾਂ ਸਮਚਤੁਰਭੁਜ ਜਿਹੜਾ ਹੈ ਉਹ ਵਰਗ ਬਣ ਜਾਂਦਾ ਹੈ ਤੇ ਜਿਹੜਾ ਸਮਾਨਾਂਤਰ ਚਤੁਰਭੁਜ ਜਿਹੜਾ ਹੈ ਉਹ ਆਇਤ ਬਣ ਜਾਂਦਾ ਹੈ। ਸੋ ਵਿਦਿਆਰਥੀਓ ਇਹ ਸਵਾਲ ਛੋਟਾ ਜਿਹਾ ਸਵਾਲ ਮੈਂ ਤੁਹਾਨੂੰ ਕਰਵਾਉਣ ਦਾ ਸਿਰਫ ਮੇਰਾ ਮਕਸਦ ਇਹ ਸੀ ਕਿ ਅਸੀਂ ਇਸ ਚੀਜ਼ ਨੂੰ ਸਮਝ ਸਕੀਏ ਕਿ ਬਈ ਕਿਵੇਂ ਸਮਾਨਾਂਤਰ ਚਤੁਰਭੁਜਾਂ ਦੀ ਗੁਣਾਂ ਦੀ ਨੌਲੇਜ ਜਾਂ ਸਮਾਨਾਂਤਰ ਰੇਖਾਵਾਂ, ਦੇਖੋ ਸਮਾਨਾਂਤਰ ਰੇਖਾਵਾਂ ਦੇ ਗੁਣਾਂ ਦੀ ਨੌਲੇਜ ਹੋਊਗੀ ਤਾਂ ਸਮਾਨਾਂਤਰ ਚਤੁਰਭੁਜ ਸਮਝਾਂਗੇ। ਠੀਕ ਹੈ ਜੀ, ਸਮਾਨਾਂਤਰ ਚਤੁਰਭੁਜਾਂ ਦੇ ਗੁਣਾਂ ਦੀ ਨੌਲੇਜ ਹੋਊਗੀ ਤਾਂ ਸਮਸ ਜਿਹੜੇ ਹੈਗੇ ਉਹ ਸਾਡੇ ਸਵਾਲ ਹੋਣਗੇ। ਮੈਂ ਉਮੀਦ ਕਰਦਾ ਵਿਦਿਆਰਥੀਓ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਉਹ ਸਮਝ ਲੱਗਿਆ ਹੋਵੇਗਾ। ਆਉਣ ਵਾਲੇ ਲੈਕਚਰਸ ਦੇ ਵਿੱਚ ਹੁਣ ਤੁਸੀਂ ਅਭਿਆਸ 8.1 ਦੀਆਂ ਉਦਾਹਰਨਾਂ ਤੇ ਉਹਨਾਂ ਦੇ ਸਮਸ ਜਿਹੜੇ ਹੈਗੇ ਉਹ ਸੋਲਵ ਕਰਾਂਗੇ। ਤਦ ਤੱਕ ਇਹਨਾਂ ਨੂੰ ਜਿਹੜੀ ਰਿਵੀਜ਼ਨ ਹੈ ਉਹ ਕਰਦੇ ਰਹੋ। ਮੈਂ ਉਮੀਦ ਕਰਦਾ ਹਾਂ ਤੁਸੀਂ ਆਪਣੀ ਪੜ੍ਹਾਈ ਜਾਰੀ ਰੱਖੋਗੇ। ਧੰਨਵਾਦ।